ਦਿਸ਼ਾ ਪਰਿਵਰਤਨ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਇੱਕ ਵਾਰੀ ਫਿਰ ਤੋਂ ਬਹੁਤ-ਬਹੁਤ ਧੰਨਵਾਦ ਕਿ ਉਹ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹਨ। ਅਸੀਂ ਆਪਣੇ ਕਿਰਪਾਲੂ ਅਤੇ ਦਿਆਲੂ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਸਾਨੂੰ ਮੌਕਾ ਬਖਸ਼ਿਆ ਕਿ ਅਸੀਂ ਇੱਕ ਵਾਰ ਫਿਰ ਤੋਂ ਪਰਮੇਸ਼ਵਰ ਦੇ ਵਚਨ ਦੇ ਨਾਲ ਤੁਹਾਡੇ ਨਾਲ ਰੂਬਰੂ ਹੋਣ ਜਾ ਰਹੇ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਸੀਹੀ ਵਿਸ਼ਵਾਸ ਦੀਆਂ ਮੁੱਢਲੀ ਗੱਲਾਂ ਦੇ ਉੱਤੇ ਗੌਰ ਕਰ ਰਹੇ ਸੀ ਕਿ ਬਾਈਬਲ ਆਤਮਿਕ ਵਰਦਾਨਾਂ ਬਾਰੇ ਕੀ ਕਹਿੰਦੀ ਹੈ। ਹੁਣ ਤੱਕ ਅਸੀਂ ਇਸ ਪ੍ਰੋਗਰਾਮ ਦੇ ਆਤਮਿਕ ਵਰਦਾਨਾਂ ਦੇ ਉੱਤੇ ਗੌਰ ਕਰ ਰਹੇ ਸੀ, ਜਿਸ ਦੇ ਵਿੱਚ ਅਸੀਂ ਆਤਮਿਕ ਵਰਦਾਨਾਂ ਦੇ ਪ੍ਰਤੀ ਨਜ਼ਰੀਏ ਨੂੰ ਵੇਖਿਆ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਹਨਾਂ ਆਤਮਿਕ ਵਰਦਾਨਾਂ ਦੀ ਥੋੜ੍ਹੀ ਜਿਹੀ ਦੁਹਰਾਈ ਕਰਾਂਗੇ ਅਤੇ ਵੇਖਾਂਗੇ ਕਿ ਪਰਮੇਸ਼ਵਰ ਸਾਨੂੰ ਕਿਹੜੇ-ਕਿਹੜੇ ਆਤਮਿਕ ਵਰਦਾਨ ਦਿੰਦਾ ਹੈ। ਆਓ ਬਿਨਾਂ ਸਮਾਂ ਗਵਾਏ ਦੇਖਦੇ ਹਾਂ ਸਾਡਾ ਅੱਜ ਦਾ ਪ੍ਰੋਗਰਾਮ ਦਿਸ਼ਾ ਪਰਿਵਰਤਨ ਡਾਕਟਰ ਡੇਵਿਡ ਜਰਮਾਇਆ ਦੇ ਨਾਲ। ਸਰੋਤਾ ਦੋਸਤੋ, ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਤਾੜਨਾ ਦੇਣ ਦਾ ਵਰਦਾਨ ਉਪਦੇਸ਼ ਕਰਨਾ ਹੈ। ਇਬਰਾਨੀਆਂ 10:25 ਦੇ ਵਚਨ ਆਖਦੇ ਹਨ ਕਿ ਜਦੋਂ ਇੱਕ ਕਲੀਸਿਆ ਤੌਰ ਤੇ ਅਸੀਂ ਇਕੱਠੇ ਹੁੰਦੇ ਹਾਂ ਤਾਂ ਸਾਨੂੰ ਇੱਕ ਦੂਸਰੇ ਨੂੰ ਤਾੜਨਾ ਜਾਂ ਉਪਦੇਸ਼ ਕਰਨਾ ਚਾਹੀਦਾ ਹੈ। ਇਹ ਸਮੁੱਚੀ ਦੇਹੀ ਨੂੰ ਦਿੱਤਾ ਹੁਕਮ ਹੈ। ਦਾਨ ਦੇਣ ਦਾ ਇੱਕ ਵਿਸ਼ੇਸ਼ ਵਰਦਾਨ ਹੈ ਅਤੇ ਫਿਰ ਵੀ ਬਾਈਬਲ ਸਾਨੂੰ ਦੱਸਦੀ ਹੈ ਕਿ ਹਰੇਕ ਮਨੁੱਖ ਜਿਸ ਤਰ੍ਹਾਂ ਉਹ ਆਪਣੇ ਮਨ ਵਿੱਚ ਧਾਰਦਾ ਹੈ ਉਸ ਨੂੰ ਦੇਣਾ ਚਾਹੀਦਾ ਹੈ। ਇਹ ਸਮੁੱਚੀ ਕਲੀਸਿਆ ਲਈ ਹੈ। ਦੂਸਰਾ ਕਰੰਥੀਆਂ 9:7 ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਹੀ ਕਰੇ। ਦਿਆਲਗੀ ਦਿਖਾਉਣਾ ਇੱਕ ਵਿਸ਼ੇਸ਼ ਵਰਦਾਨ ਹੈ, ਪਰ ਇਫਸੀਆਂ 4:32 ਦੇ ਵਚਨ ਹਨ, ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਹੋਵੋ। ਨੇਚਾ ਦਾ ਵੀ ਇੱਕ ਵਿਸ਼ੇਸ਼ ਵਰਦਾਨ ਹੈ, ਪਰ ਪਹਿਲਾ ਕਰੰਥੀਆਂ 5:7 ਦੇ ਵਚਨ ਸਮੁੱਚੀ ਕਲੀਸਿਆ ਨੂੰ ਆਖਦੇ ਹਨ, ਕਿਉਂ ਜੋ ਅਸੀਂ ਨੇਚਾ ਨਾਲ ਚੱਲਦੇ ਹਾਂ, ਨਾ ਵੇਖਣ ਨਾਲ। ਇੱਕ ਖਾਸ ਵਰਦਾਨ ਖੁਸ਼ਖਬਰੀ ਦਾ ਪ੍ਰਚਾਰ ਕਰਨ ਦਾ ਹੈ, ਪਰ ਰਸੂਲਾਂ ਦੇ ਕਰਤੱਵ 1:8 ਦੇ ਵਚਨ ਹਨ, ਤੁਸੀਂ ਧਰਤੀ ਦੇ ਬੰਨੇ ਤੱਕ ਮੇਰੇ ਗਵਾਹ ਹੋਵੋਗੇ। ਇਸ ਖਾਸ ਵਰਦਾਨ ਆਤਮਾ ਨੂੰ ਪਰਖਣ ਦਾ ਹੈ, ਪਰ ਪਹਿਲਾ ਯੂਹੰਨਾ 4 ਦਾ ਪਹਿਲਾ ਵਚਨ ਸਮੁੱਚੀ ਕਲੀਸਿਆ ਲਈ ਇਹ ਹਨ, ਆਤਮਾ ਨੂੰ ਪਰਖੋ ਭਾਈ ਉਹ ਪਰਮੇਸ਼ਵਰ ਤੋਂ ਹਨ ਕਿ ਨਹੀਂ। ਹੁਣ ਕੀ ਆਪ ਇਹ ਸੰਦੇਸ਼ ਸਮਝਦੇ ਹੋ? ਸਿਰਫ ਇਸ ਕਰਕੇ ਕਿਉਂਕਿ ਤੁਹਾਡੇ ਕੋਲ ਕੋਈ ਵਰਦਾਨ ਹੈ, ਇਸ ਦਾ ਅਰਥ ਇਹ ਨਹੀਂ ਹੁੰਦਾ ਆਪ ਬਾਕੀ ਸਾਰੇ ਆਤਮਿਕ ਕੰਮਾਂ ਨੂੰ ਛੱਡ ਦਿਓ। ਜਦੋਂ ਆਪ ਨੂੰ ਕੋਈ ਵਰਦਾਨ ਦਿੱਤਾ ਗਿਆ ਹੋਵੇ, ਇਸ ਦਾ ਅਰਥ ਇਹ ਹੁੰਦਾ ਹੈ ਕਿ ਪਰਮੇਸ਼ਵਰ ਨੇ ਆਪ ਨੂੰ ਉਸ ਖੇਤਰ ਵਿੱਚ ਖਾਸ ਤੌਰ ਤੇ ਲੈਸ ਕੀਤਾ ਹੈ, ਪਰ ਇਸ ਦਾ ਅਰਥ ਇਹ ਨਹੀਂ ਹੁੰਦਾ ਕਿ ਹੁਣ ਆਪ ਵਿਸ਼ਵਾਸੀ ਹੋਣ ਵਜੋਂ ਹੋਰ ਹਰੇਕ ਜ਼ਿੰਮੇਦਾਰ ਨੂੰ ਛੱਡ ਦਿੰਦੇ ਜਾਂ ਉਸ ਨੂੰ ਅਲੱਗ ਕਰ ਦਿੰਦੇ ਹੋ। ਮੈਨੂੰ ਪਾਸਵਾਨ ਉਸਤਾਦ ਹੋਣ ਦਾ ਵਰਦਾਨ ਦਿੱਤਾ ਗਿਆ ਹੈ ਅਤੇ ਆਗੂ ਹੋਣ ਦਾ ਵਰਦਾਨ, ਪਰ ਮੈਂ ਦੇਣਾ ਨਹੀਂ ਚਾਹੁੰਦਾ ਅਤੇ ਮੈਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਅਤੇ ਮੈਨੂੰ ਦਿਆਲਗੀ ਦਿਖਾਉਣੀ ਚਾਹੀਦੀ ਹੈ। ਮੈਨੂੰ ਇਹ ਸਭ ਦਾ ਇੱਕ ਹਿੱਸਾ ਹੋਣਾ ਚਾਹੀਦਾ ਹੈ। ਮੈਂ ਇਹ ਜਾਣਦਾ ਹਾਂ ਕਿ ਮੇਰੇ ਵਰਦਾਨ ਜਿਹੜੇ ਹਨ ਅਤੇ ਮੈਂ ਆਪਣੀ ਤਾਕਤ ਅਤੇ ਸਮਾਂ ਉੱਥੇ ਹੀ ਲਗਾਉਂਦਾ ਹਾਂ। ਜੀ ਹਾਂ, ਇਸ ਨੂੰ ਅਸੀਂ ਇੱਕ ਖਾਸ ਸਮੱਸਿਆ ਆਖਦੇ ਹਾਂ। ਭਾਗ ਈਡੀ, ਸਹਿਮੇ ਕੇਂਦਰਿਤ ਹੋਣ ਦੀ ਸਮੱਸਿਆ। ਆਓ ਅਸੀਂ ਹੁਣ ਅਰਥ ਵਿੱਚ ਸਹਿਮੇ ਕੇਂਦਰਿਤ ਹੋਣ ਦੀ ਸਮੱਸਿਆ ਬਾਰੇ ਗੌਰ ਕਰਦੇ ਹਾਂ। ਇਹ ਸਮੱਸਿਆ ਬਹੁਤ ਹੀ ਰੋਚਕ ਹੈ। ਕੁਝ ਲੋਕ ਸੋਚਦੇ ਹਨ ਕਿ ਆਤਮਾ ਦੇ ਵਰਦਾਨ ਉਹਨਾਂ ਲਈ ਹੀ ਹਨ। ਪਰਮੇਸ਼ਰ ਨੇ ਆਪ ਨੂੰ ਕੋਈ ਅਜਿਹਾ ਵਰਦਾਨ ਨਹੀਂ ਦਿੱਤਾ ਜਿਸ ਨੂੰ ਤੁਸੀਂ ਆਪਣੇ ਆਪ ਲਈ ਖੋਲ ਸਕੋ। ਆਤਮਾ ਦੇ ਵਰਦਾਨ ਆਪ ਵਾਸਤੇ ਦੂਸਰਿਆਂ ਦੀ ਸੇਵਾ ਕਰਨ ਲਈ ਹਨ। ਕੀ ਆਪ ਮੇਰੇ ਨਾਲ ਸਹਿਮਤ ਹੋ? ਕਦੇ-ਕਦੇ ਲੋਕ ਇਹੋ ਜਿਹੀਆਂ ਖਾਸ ਥਾਵਾਂ ਉੱਤੇ ਪਹੁੰਚ ਜਾਂਦੇ ਹਨ ਜਿੱਥੇ ਉਹ ਆਪਣੇ ਵਰਦਾਨਾਂ ਨੂੰ ਸ਼ਾਮਲ ਕਰਦੇ ਹਨ। ਕੀ ਆਪ ਇਹ ਜਾਣਦੇ ਹੋ? ਆਤਮਾ ਦਾ ਵਰਦਾਨ ਤੁਹਾਡੇ ਲਈ ਨਹੀਂ ਹਨ, ਉਹ ਦੂਸਰਿਆਂ ਲਈ ਹਨ। ਜੇਕਰ ਆਪ ਆਪਣੇ ਆਪ ਨੂੰ ਆਪਣੇ ਵਰਦਾਨ ਦਾ ਇਸਤੇਮਾਲ ਕਰਦਿਆਂ ਪਾਉਂਦੇ ਹੋ ਜਿੱਥੇ ਕਿ ਆਪ ਇਸ ਨੂੰ ਪੂਰੀ ਤਰ੍ਹਾਂ ਆਪਣੇ ਆਪ ਵਿੱਚ ਸਮਾ ਰਹੇ ਹੋਵੋ, ਤਦ ਆਪ ਮਹਾਦਾਰ ਤੋਂ ਪਰੇ ਹੋ ਚੁੱਕੇ ਹੋ। ਪਰਮੇਸ਼ਵਰ ਸਾਨੂੰ ਉਹ ਵਰਦਾਨ ਬਖਸ਼ਦਾ ਹੈ ਤਾਂ ਕਿ ਆਪ ਵਰਦਾਨ ਨੂੰ ਦੇਹੀ ਤੱਕ ਪਹੁੰਚਾਉਣ ਵੱਲੋਂ ਹੋਵੋ। ਆਪ ਆਖਦੇ ਹੋ, ਜੀ ਹਾਂ, ਮੈਨੂੰ ਕੀ ਹੋਵੇਗਾ? ਜੀ ਹਾਂ, ਜੋ ਆਪ ਨਾਲ ਵਰਤਦਾ ਹੈ ਉਹ ਇਹ ਹੈ ਕਿ ਆਪ ਆਪਣੇ ਵਰਦਾਨ ਨਾਲ ਦੂਸਰਿਆਂ ਦੀ ਸੇਵਾ ਕਰੋ ਅਤੇ ਦੂਸਰੇ ਆਪਣੇ ਵਰਦਾਨ ਨਾਲ ਵਾਪਸ ਤੁਹਾਡੀ ਸੇਵਾ ਕਰਦੇ ਹਨ ਅਤੇ ਇਹ ਪਰਮਤ ਸੰਬੰਧ ਕਲੀਸਿਆ ਦੇ ਅੰਦਰ ਦੇ ਵੇਖਣ ਵਾਲੀ ਸਭ ਤੋਂ ਵੱਧ ਖੂਬਸੂਰਤ ਚੀਜ਼ ਹੁੰਦੀ ਹੈ। ਲੋਕੋ, ਮੈਂ ਤੁਹਾਨੂੰ ਸੱਚਾਈ ਦੱਸ ਰਿਹਾ ਹਾਂ। ਜੇਕਰ ਆਪ ਇਸ ਨੂੰ ਨਹੀਂ ਸਮਝ ਰਹੇ ਤਦ ਆਪ ਇਸ ਦੇ ਵੱਲੋਂ ਰਹਿ ਰਹੇ ਹੋ। ਇਹ ਇੱਕ ਮਹਾਨ ਸੱਚਾਈ ਹੈ ਕਿ ਆਪ ਪਰਮੇਸ਼ਰ ਨੂੰ ਆਪ ਦੂਸਰਿਆਂ ਦੀ ਸੇਵਾ ਵਾਸਤੇ ਇੱਕ ਵਰਦਾਨ ਦੇ ਚੁੱਕਾ ਹੈ ਅਤੇ ਉਹ ਦੂਸਰਿਆਂ ਨੂੰ ਉਹ ਵਰਦਾਨ ਦੇ ਚੁੱਕਾ ਹੈ ਜੋ ਆਪ ਨੂੰ ਜ਼ਰੂਰਤ ਹੈ ਕਿ ਉਸ ਦੁਆਰਾ ਆਪ ਦੀ ਸੇਵਾ ਕੀਤੀ ਜਾਏ। ਇਸ ਤਰ੍ਹਾਂ ਕਿ ਆਪ ਜਾਣਦੇ ਹੋ ਕਿ ਇਸ ਦਾ ਅਰਥ ਕੀ ਹੈ। ਜੇਕਰ ਆਪ ਆਪਣਾ ਕਾਰਜ ਨਹੀਂ ਕਰਦੇ, ਜੇਕਰ
ਆਪਣੇ ਵਰਦਾਨ ਨਾਲ ਸੇਵਾ ਨਹੀਂ ਕਰਦੇ ਤਦ ਕੋਈ ਹੋਰ ਸੇਵਾ ਨਹੀਂ ਪਾ ਰਹੇ ਹੋ, ਜਿਵੇਂ ਕਿ ਪਰਮੇਸ਼ਰ ਨੇ ਉਹਨਾਂ ਬਾਰੇ ਇਰਾਦਾ ਕੀਤਾ ਸੀ। ਜੇਕਰ ਆਪ ਆਪਣੇ ਵਰਦਾਨ ਨਾਲ ਕੁਝ ਨਹੀਂ ਕਰਦੇ ਤਦ ਮੈਂ ਕੁਝ ਤੋਂ ਵਾਂਝਾ ਰਹਿ ਜਾਵਾਂ ਜੋ ਪਰਮੇਸ਼ਰ ਨੇ ਚਾਹਿਆ ਸੀ। ਆਪ ਕਰਦੇ ਹੋ ਜੋ ਮੈਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਹ ਇੱਥੇ ਮੌਜੂਦ ਹਰੇਕ ਦੇ ਬਾਰੇ ਸੱਚ ਹੈ। ਪਹਿਲਾ ਕਰੰਥੀਆਂ 12 ਦਾ 7 ਵਚਨ ਇਹ ਆਖਿਆ ਗਿਆ ਹੈ, ਪਰ ਆਤਮਾ ਦਾ ਪ੍ਰਕਾਸ਼ ਹਰੇਕ ਨੂੰ ਦਿੱਤਾ ਗਿਆ ਹੈ ਜਿਸ ਉਦੇਸ਼ ਲਈ, ਸਾਰਿਆਂ ਦੇ ਲਾਭ ਲਈ। ਪਹਿਲਾ ਕਰੰਥੀਆਂ 14 ਦੇ 12। ਇਸ ਤਰ੍ਹਾਂ ਤੁਸੀਂ ਵੀ ਜਾਂ ਆਤਮਿਕ ਦਾਨਾਂ ਨੂੰ ਲੋਚਦੇ ਹੋ ਤਾਂ ਯਤਨ ਕਰੋ ਜੋ ਕਲੀਸਿਆ ਦੇ ਲਾਭ ਲਈ ਤੁਹਾਨੂੰ ਵਾਧਾ ਹੋਵੇ। ਦੂਸਰੇ ਸ਼ਬਦਾਂ ਵਿੱਚ ਕੀ ਤੁਸੀਂ ਜਾਣਦੇ ਹੋ ਕਿ ਉਦੇਸ਼ ਕੀ ਹੈ? ਕਿ ਇਹ ਵਚਨ ਇਸ ਤਰ੍ਹਾਂ ਬਹੁਤ ਸਪਸ਼ਟ ਨਹੀਂ ਹਨ? ਮੇਰਾ ਭਾਵ ਮੈਨੂੰ ਇਹਨਾਂ ਬਾਰੇ ਇਸਤਰ ਵਿੱਚ ਨਹੀਂ ਜਾਣਾ ਪੈਣਾ। ਇਹ ਤਾਂ ਬਸ ਉਹੀ ਹੈ ਜੋ ਪਰਮੇਸ਼ਰ ਦਾ ਵਚਨ ਆਖਦਾ ਹੈ। ਆਤਮਿਕ ਵਰਦਾਨ ਬਸ ਇਹੋ ਹੀ ਸਭ ਕੁਝ ਹਨ। ਆਪ ਦਾ ਆਤਮਿਕ ਵਰਦਾਨ ਨੂੰ ਖੋਜਣਾ, ਮਦਦ ਕਰਨ ਵਿੱਚ 5 ਜ਼ਰੂਰੀ ਗੱਲਾਂ ਹਨ। ਇਹਨਾਂ ਨੂੰ ਅਸੀਂ ਬੜੇ ਧਿਆਨ ਦੇ ਨਾਲ ਸੁਣਾਂਗੇ। ਇਹ ਸਵਾਲ ਹੈ, ਮੈਂ ਆਪਣੇ ਵਰਦਾਨ ਨੂੰ ਕਿਵੇਂ ਖੋਜਦਾ ਹਾਂ? ਮੈਂ ਇਸ ਦੀ ਖੋਜ ਕਿਵੇਂ ਕਰਦਾ ਹਾਂ? ਜੀ ਹਾਂ, ਮੈਂ ਸੋਚਦਾ ਹਾਂ ਕਿ ਸਾਡੇ ਵਿੱਚੋਂ ਬਹੁਤ ਸਾਰਿਆਂ ਲਈ ਇਹ ਇੱਕ ਭਿੰਨ ਮਾਰਗ ਹੈ, ਪਰ ਮੈਂ ਆਪ ਨੂੰ ਕੁਝ ਆਮ ਗੱਲ ਦੱਸਣ ਜਾ ਰਿਹਾ ਹਾਂ ਜੋ ਮੇਰੇ ਲੋਕਾਂ ਨੂੰ ਮੈਨੂੰ ਆਖਦਿਆਂ ਵੇਖਿਆ ਹੈ ਅਤੇ ਜੋ ਕਿ ਮੈਂ ਆਪਣੇ ਖੁਦ ਦੇ ਜੀਵਨ ਵਿੱਚ ਅਨੁਭਵ ਕੀਤਾ ਹੈ। ਜਾਂਚ ਪੜਤਾਲ। ਪਹਿਲੀ ਗੱਲ ਹੈ ਜਾਂਚ ਪੜਤਾਲ। ਇੱਕ ਕਾਰਨ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਇਹੋ ਹੀ ਹੈ, ਅਸੀਂ ਸਭ ਮਿਲ ਕੇ ਇਸ ਦਾ ਅਧਿਐਨ ਕਰਨ ਜਾ ਰਹੇ ਹਾਂ। ਅਸੀਂ ਇਸ ਦੀ ਪੜਤਾਲ ਕਰਨ ਜਾ ਰਹੇ ਹਾਂ। ਆਪ ਜੋ ਵੀ ਪਾਲ ਸਕਦੇ ਹੋ ਆਤਮਿਕ ਵਰਦਾਨ ਬਾਰੇ ਪਾਲੋ। ਆਪ ਜਿੰਨੀ ਵੀ ਜ਼ਿਆਦਾ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਪਾਓ ਕਿ ਆਪ ਇਹਨਾਂ ਵਿੱਚ ਕਿਵੇਂ ਜੁੜਦੇ ਹੋ ਅਤੇ ਆਪ ਕਿੱਥੇ ਹੋ। ਸ਼ਾਮਲ ਹੋਣਾ। ਪਹਿਲੀ ਗੱਲ ਜਾਂਚ ਪੜਤਾਲ। ਦੂਸਰੀ ਗੱਲ ਸ਼ਾਮਲ ਹੋਣਾ, ਆਤਮਿਕ ਕੰਮਾਂ ਵਿੱਚ ਸ਼ਾਮਲ ਹੋਣਾ। ਆਪ ਆਖਦੇ ਹੋ ਪਾਸਵਾਨ, ਜੋ ਤੱਕ ਮੈਂ ਨਹੀਂ ਜਾਣਦਾ ਮੇਰਾ ਵਰਦਾਨ ਕੀ ਹੈ, ਮੇਰਾ ਕਾਇਫਾ ਹੈ, ਇੱਥੇ ਇੱਕ ਪਾਸੇ ਬੈਠ ਕੇ ਇੰਤਜ਼ਾਰ ਕਰਨ ਜਾ ਰਿਹਾ ਹਾਂ। ਨਹੀਂ ਨਹੀਂ ਨਹੀਂ। ਆਪ ਵਿੱਚੋਂ ਕਿੰਨੇ ਕੁ ਇਹ ਗੱਲਾਂ ਜਾਣਦੇ ਹਨ ਕਿ ਚੱਲਦੀ ਕਾਰ ਨੂੰ ਖੜੀ ਕਾਰ ਨਾਲੋਂ ਘੁਮਾਉਣਾ ਆਸਾਨ ਹੁੰਦਾ ਹੈ? ਕਿ ਆਪਨੇ ਕਦੀ ਕੋਸ਼ਿਸ਼ ਕੀਤੀ ਹੈ? ਖਾਸ ਤੌਰ ਤੇ ਊਰਜਾ ਨਾਲ ਘੁੰਮਣ ਵਾਲਿਆਂ ਗੱਡੀਆਂ ਵਿੱਚ ਜਦੋਂ ਤੱਕ ਆਪ ਦੀ ਕਾਰ ਸਧਾਰਨ ਹੋ ਕੇ ਤੁਰ ਨਹੀਂ ਪੈਂਦੀ ਆਪ ਕੁਝ ਨਹੀਂ ਕਰ ਸਕਦੇ। ਜਦੋਂ ਕਾਰ ਚੱਲ ਰਹੀ ਹੋਵੇ ਤਦ ਆਪ ਇਸ ਨੂੰ ਮੌਜ ਸਕਦੇ ਹੋ। ਜਦੋਂ ਪਰਮੇਸ਼ਰ ਸਾਨੂੰ ਕਿਸੇ ਦਿਸ਼ਾ ਵਿੱਚ ਚੱਲਦੇ ਵੇਖਦਾ ਹੈ ਤਦ ਉਹ ਸਾਡੀ ਦਿਸ਼ਾ ਨਿਰਦੇਸ਼ਨ ਕਰ ਸਕਦਾ ਹੈ, ਪਰ ਜਦੋਂ ਅਸੀਂ ਖੁੱਬੇ ਹੋਈਏ ਤਦ ਸਾਨੂੰ ਘੁਮਾਉਣਾ ਪਰਮੇਸ਼ਰ ਲਈ ਬਹੁਤ ਕਠਿਨ ਹੁੰਦਾ ਹੈ। ਇਸ ਕਰਕੇ ਖੁੱਬੇ ਨਾ ਰਹੋ, ਕਿਸੇ ਨਾ ਕਿਸੇ ਕੰਮ ਵਿੱਚ ਜੁੜ ਜਾਓ ਅਤੇ ਕਿਸੇ ਭਿੰਨ ਪ੍ਰਕਾਰ ਦੀਆਂ ਸੇਵਾਵਾਂ ਦਾ ਅਨੁਭਵ ਕਰੋ। ਜੇਕਰ ਆਪ ਨੂੰ ਕੁਝ ਕਰਨ ਦਾ ਕਦੇ ਵੀ ਅਨੁਭਵ ਨਹੀਂ ਹੈ ਤਦ ਆਪ ਕਿਵੇਂ ਜਾਣਨ ਜਾ ਰਹੇ ਹੋ ਕਿ ਆਪ ਨੂੰ ਕੀ ਕਰਨ ਦਾ ਵਰਦਾਨ ਦਿੱਤਾ ਗਿਆ ਹੈ? ਦੋਸਤੋ, ਅੱਜ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਜੇਕਰ ਇਹ ਸੱਚ ਨਹੀਂ ਹੁੰਦਾ ਤਦ ਮੈਂ ਇੱਕ ਪਾਸਵਾਨ ਨਾ ਹੁੰਦਾ। ਫਿਰ ਤੀਸਰੀ ਗੱਲ ਉੱਤੇ ਧਿਆਨ ਦਿਓ, ਉਹ ਹੈ ਰੁਚੀ। ਰੁਚੀ ਸ਼ਬਦ ਨੂੰ ਲਿਖ ਲਓ। ਇਹ ਤੀਸਰੀ ਸ਼ਬਦ ਹੈ ਸੇਵਾ ਦੇ ਦੁਆਰਾ ਮੈਂ ਸੱਚਮੁੱਚ ਜਿਸ ਚੀਜ਼ ਦਾ ਆਨੰਦ ਮਾਣਦਾ ਹਾਂ। ਆਮ ਕਰਕੇ ਜੋ ਕੁਝ ਕਰਨ ਦਾ ਆਪ ਆਨੰਦ ਮਾਣਦੇ ਹੋ ਉਹ ਇਹੋ ਹੀ ਹੁੰਦਾ ਹੈ ਜੋ ਆਪ ਕਰਨ ਦੇ ਯੋਗ ਹੁੰਦੇ ਹੋ ਅਤੇ ਪਰਮੇਸ਼ਰ ਤੁਹਾਨੂੰ ਉਹ ਯੋਗਤਾ ਬਖਸ਼ ਦਿੰਦਾ ਹੈ ਅਤੇ ਅਕਸਰ ਇਹੋ ਹੀ ਇਸ ਦੀ ਕੁੰਜੀ ਹੁੰਦੀ ਹੈ। ਮਿਸਾਲ ਵਜੋਂ ਜਦੋਂ ਮੈਨੂੰ ਇੱਕ ਪ੍ਰਚਾਰਕ ਵਜੋਂ ਸੇਵਾ ਵਿੱਚ ਬੁਲਾਇਆ ਗਿਆ ਸੀ ਅਤੇ ਮੈਂ ਤਾਂ ਪਹਿਲਾਂ ਹੀ ਇੱਕ ਪ੍ਰਮੁੱਖ ਸੇਵਕ ਸੀ ਅਤੇ ਰੇਡੀਓ ਪ੍ਰਸਾਰਣ ਵਿੱਚ ਇੱਕ ਵਸਾਈ ਵਜੋਂ ਮੈਨੂੰ ਅੱਗੇ ਤੋਰਿਆ ਗਿਆ ਸੀ। ਮੈਂ ਮੈਂ ਤਾਂ ਬਸ ਉੱਥੇ ਨਹੀਂ ਸੀ, ਪਰ ਪਰਮੇਸ਼ਰ ਮੇਰੇ ਬੋਲਣ ਅਤੇ ਰੇਡੀਓ ਪ੍ਰਸਾਰਣ ਦੀ ਰੁਚੀ ਨੂੰ ਇਸਤੇਮਾਲ ਕੀਤਾ ਅਤੇ ਉਸ ਨੇ ਇਸ ਦਾ ਇਸਤੇਮਾਲ ਮੈਨੂੰ ਉਸ ਪਾਸੇ ਤੋਰਨ ਲਈ ਕੀਤਾ ਜਿੱਥੇ ਉਸ ਨੇ ਚਾਹਿਆ ਸੀ ਕਿ ਮੈਂ ਹੋਵਾਂ। ਉਸ ਨੇ ਮੈਨੂੰ ਉਹ ਬਖਸ਼ਿਆ ਜੋ ਉਸ ਨੇ ਚਾਹਿਆ ਸੀ ਕਿ ਮੈਂ ਕਰਾਂ ਅਤੇ ਇਸ ਨੂੰ ਘੁਮਾਇਆ ਤੇ ਮੈਨੂੰ ਉਹ ਸਭ ਵਾਪਸ ਦਿੱਤਾ ਜੋ ਮੈਂ ਕਰਨਾ ਚਾਹੁੰਦਾ ਸੀ। ਕਿ ਇਹ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ? ਸਭ ਤੋਂ ਭੈੜੀ ਗੱਲ ਜੋ ਮੇਰੇ ਨਾਲ ਉਦੋਂ ਬਰਪੀ ਜਦੋਂ ਪਰਮੇਸ਼ਰ ਨੇ ਮੈਨੂੰ ਪ੍ਰਚਾਰ ਕਰਨ ਲਈ ਬੁਲਾਇਆ ਸੀ ਉਹ ਇਹ ਸੀ ਕਿ ਮੈਨੂੰ ਆਪਣੇ ਰੇਡੀਓ ਵਾਲਾ ਵਿਵਸਾਏ ਛੱਡਣਾ ਪੈਣਾ ਸੀ। ਕਿ ਇਹ ਅਨੋਖੀ ਗੱਲ ਨਹੀਂ ਹੈ। ਅਸੀਂ 2000 ਰੇਡੀਓ ਸਟੇਸ਼ਨਾਂ ਉੱਤੇ ਪਾਏ ਜਾਂਦੇ ਸਾਂ ਜੋ ਕਿ ਸਾਡੇ ਜਗਤ ਵਿੱਚ ਹਨ। ਮੇਰਾ ਭਾਵ ਹੈ ਕਿ ਮੈਂ ਕਦੇ ਵੀ ਰੇਡੀਓ ਦੇ ਦੁਆਰਾ ਸੇਵਾ ਕਰਨ ਵਾਲੋਂ ਵਜੋਂ ਕਦੇ ਵੀ ਇੰਨਾ ਅੱਛਾ ਨਹੀਂ ਸੀ ਹੋ ਸਕਦਾ। ਇਹ ਪਰਮੇਸ਼ਰ ਨੇ ਮੇਰੇ ਵਾਸਤੇ ਕੀਤਾ ਸੀ। ਆਮੀਨ। ਧਿਆਨ ਨਾਲ ਸੁਣੋ, ਬਾਈਬਲ ਇਸ ਤਰ੍ਹਾਂ ਆਖਦੀ ਹੈ, ਆਪਣਾ ਮਾਰਗ ਯਹੋਵਾ ਉੱਤੇ ਛੱਡ ਦੇ ਅਤੇ ਉਹ ਤੇਰੇ ਮਨੋਰਥਾਂ ਨੂੰ ਪੂਰਾ ਕਰੇਗਾ। ਆਮੀਨ। ਇਸ ਕਰਕੇ ਪਰਮੇਸ਼ਰ ਦੇ ਨਾਲ ਨਾਲ ਚੱਲਣਾ ਆਰੰਭ ਕਰੋ। ਉਹ ਆਪ ਨੂੰ ਇਹ ਨਹੀਂ ਆਖਣ ਦੇਵੇਗਾ। ਮੈਨੂੰ ਤਾਂ ਫਿਰ ਇਹ ਪਾਲਣ ਵਿੱਚ ਡਰ ਲੱਗਦਾ ਹੈ ਕਿ ਮੇਰੇ
ਵਰਦਾਨ ਕੀ ਹੈ। ਹੋ ਸਕਦਾ ਹੈ ਮੈਨੂੰ ਅਫਰੀਕਾ ਦੇ ਕਿਸੇ ਕਬੀਲੇ ਦੀ ਸੇਵਾ ਕਰਨ ਲਈ ਵਰਦਾਨ ਪ੍ਰਾਪਤ ਹੋਵੇ। ਨਹੀਂ ਨਹੀਂ ਨਹੀਂ, ਪਰਮੇਸ਼ਰ ਆਪ ਨੂੰ ਵਰਦਾਨ ਦੇਣ ਜਾ ਰਿਹਾ ਹੈ ਅਤੇ ਉਹ ਆਪ ਨੂੰ ਇਸ ਦੇ ਨਾਲ ਹੀ ਰੁਚੀ ਵੀ ਦੇਣ ਜਾ ਰਿਹਾ ਹੈ। ਇਸ ਕਰਕੇ ਆਪਣੀਆਂ ਰੁਚੀਆਂ ਦੇ ਪਿੱਛੇ ਲੱਗੋ। ਮੈਂ ਕਿਹੜੀ ਗੱਲ ਵਿੱਚ ਰੁਚੀ ਰੱਖਦਾ ਹਾਂ। ਭਾਗ 4, ਆਪਸੀ ਗੱਲਬਾਤ। ਚੌਥੀ ਚੀਜ਼, ਆਪਸੀ ਗੱਲਬਾਤ। ਕਿਸ ਖਾਸ ਸੇਵਾ ਵਿੱਚ ਮੈਂ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੋਵਾਂ ਔਰ ਜਾਪਦਾ ਹਾਂ ਇੱਕ ਵਿਸ਼ਵਾਸੀ ਉਸ ਤਰ੍ਹਾਂ ਦੀਆਂ ਸੇਵਾਵਾਂ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੋਵੇਗਾ ਜਿਨ੍ਹਾਂ ਵਿੱਚ ਆਤਮਾ ਨੇ ਖਾਸ ਯੋਗਤਾਵਾਂ ਬਖਸ਼ੀਆਂ ਹਨ। ਪ੍ਰਭਾਵਸ਼ਾਲੀ ਇਸ ਦਾ ਇੱਕ ਅੱਛਾ ਇਸ਼ਾਰਾ ਹੋ ਸਕਦਾ ਹੈ ਕਿ ਇੱਕ ਵਿਅਕਤੀ ਨੂੰ ਕਿਸ ਤਰ੍ਹਾਂ ਦਾ ਵਰਦਾਨ ਬਖਸ਼ਿਆ ਗਿਆ ਹੈ। ਮੈਨੂੰ ਬਹੁਤ ਹੈਰਾਨੀ ਹੋਈ ਸੀ। ਮੈਂ ਆਪਣੇ ਪਹਿਲੇ ਸੰਦੇਸ਼ ਦਾ ਪ੍ਰਚਾਰ ਸਮਾਪਤ ਕੀਤਾ ਸੀ ਕਿ ਕੁਝ ਸੁਲਝੇ ਹੋਏ ਲੋਕ ਅੱਗੇ ਮੇਰੇ ਕੋਲ ਆ ਕੇ ਆਖਣ ਲੱਗੇ ਸਨ ਕਿ ਜੋ ਕੁਝ ਮੈਂ ਆਖਿਆ ਸੀ ਉਹਨਾਂ ਨੇ ਸੱਚਮੁੱਚ ਉਸ ਨੂੰ ਸਮਝ ਲਿਆ ਸੀ। ਇਸ ਨੇ ਮੇਰੇ ਦਿਲ ਨੂੰ ਆਸ਼ੀਸ਼ ਦਿੱਤੀ ਸੀ। ਇਸ ਨੇ ਮੈਨੂੰ ਇਸ ਤੋਂ ਜਾਣੂ ਕਰਵਾ ਦਿੱਤਾ ਸੀ ਕਿ ਸ਼ਾਇਦ ਇਹੋ ਹੀ ਹੈ ਉਹ ਹੋ ਸਕਦਾ ਜੋ ਮੈਨੂੰ ਕਰਦੇ ਹੋਣਾ ਚਾਹੀਦਾ ਹੈ। ਮੈਂ ਅਕਸਰ ਤਾਂ ਅਰਨਾਈਸ ਸੈਡ ਬਾਰੇ ਪੜ੍ਹਨਾ ਯਾਦ ਕਰਦਾ ਹਾਂ ਜਿਸ ਨੇ ਇੱਕ ਆਖਿਆ ਸੀ ਕਿ ਉਹ ਅਕਸਰ ਉਹਨਾਂ ਲੋਕਾਂ ਦੀ ਭੈੜੀ ਸਥਿਤੀ ਬਾਰੇ ਸੋਚਦਾ ਹੁੰਦਾ ਸੀ ਜਿਨ੍ਹਾਂ ਨੇ ਇਹ ਮਹਿਸੂਸ ਕੀਤਾ ਸੀ ਕਿ ਉਹਨਾਂ ਨੂੰ ਪ੍ਰਚਾਰ ਕਰਨ ਦਾ ਵਰਦਾਨ ਦਿੱਤਾ ਗਿਆ ਸੀ, ਪਰ ਉਹ ਸ਼ਿਕਾਇਤ ਕਰਦੇ ਸਨ ਕਿ ਕਿਸੇ ਨੇ ਵੀ ਸੁਣਨ ਦਾ ਵਰਦਾਨ ਨਹੀਂ ਸੀ ਦਿੱਤਾ ਗਿਆ। ਮੇਰੇ ਦੋਸਤੋ, ਜੇਕਰ ਆਪ ਸੋਚਦੇ ਹੋ ਕਿ ਤੁਹਾਡੇ ਕੋਲ ਪ੍ਰਚਾਰ ਕਰਨ ਦਾ ਵਰਦਾਨ ਹੈ ਅਤੇ ਆਪ ਕਿਸੇ ਨੂੰ ਵੀ ਸੁਣਨ ਦਾ ਵਰਦਾਨ ਨਾਲ ਨਹੀਂ ਵੇਖਦੇ, ਤਦ ਆਪ ਨੂੰ ਅਗਲੀ ਗੱਲ ਵੱਲ ਵਧਣ ਦੀ ਜ਼ਰੂਰਤ ਹੈ। ਸਮੂਹ ਗਾਇਕ ਦੀ ਟੋਲੀ ਵਿੱਚ ਸਾਡੇ ਵਿਚਕਾਰ ਇੱਕ ਚੀਜ਼ ਪਾਈ ਜਾਂਦੀ ਹੈ। ਇਹ ਕੋਈ ਆਤਮਿਕ ਵਰਦਾਨ ਨਹੀਂ, ਪਰ ਇਹ ਤਾਂ ਇੱਕ ਕਿਸਮ ਦਾ ਸੌਦਾ ਹੈ। ਜੇਕਰ ਆਪ ਸੋਚਦੇ ਹੋ ਕਿ ਆਪ ਕੋਲ ਸੰਗੀਤ ਦਾ ਵਰਦਾਨ ਹੈ, ਤਦ ਘੱਟੋ ਘੱਟ ਇੱਕ ਹੋਰ ਵਿਅਕਤੀ ਜ਼ਰੂਰ ਹੋਣਾ ਚਾਹੀਦਾ ਜੋ ਆਪ ਨਾਲ ਸਹਿਮਤ ਹੁੰਦਾ ਹੋਵੇ। ਠੀਕ ਹੈ, ਕਿਉਂਕਿ ਜੇਕਰ ਆਪ ਜਾਣਦੇ ਹੋ ਮੈਂ ਕਿਸ ਚੀਜ਼ ਬਾਰੇ ਗੌਰ ਕਰ ਰਿਹਾ ਹਾਂ, ਆਪ ਕੀ ਕੁਝ ਕਰਨ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੋਵੋ। ਇਹ ਇਸ ਤਰ੍ਹਾਂ ਦੀ ਹੋਰ ਕੁੰਜੀ ਹੈ ਜਿਸ ਦੀ ਔਖ ਆਪ ਨੂੰ ਕਰਨ ਦੀ ਜ਼ਰੂਰਤ ਹੈ। ਭਾਗ 5, ਅੰਤਰ ਨਿਰੀਖਣ। ਆਓ ਅਸੀਂ ਗੌਰ ਕਰੀਏ। ਸਾਡੇ ਕੋਲ ਰੁਚੀ ਅਤੇ ਆਖਰੀ ਗੱਲਬਾਤ ਹੈ। ਇਹ ਔਖ ਕਰਦੇ ਹਾਂ ਕਿ ਦੂਸਰੇ ਲੋਕ ਕੀ ਸੋਚਦੇ ਹਨ ਕਿ ਆਪ ਕੀ ਕਰਨ ਵਿੱਚ ਅੱਛੇ ਹੋ, ਅਤੇ ਫਿਰ ਆਖਰਕਾਰ ਅੰਤਰ ਨਿਰੀਖਣ ਅਤੇ ਇਹ ਸਾਰੀਆਂ ਕੁੰਜੀਆਂ ਜਾਂਚ ਪੜਤਾਲ ਸ਼ਾਮਲ ਹੋਣਾ, ਰੁਚੀ, ਦੂਸਰਿਆਂ ਨਾਲ ਆਪਸੀ ਗੱਲਬਾਤ, ਆਪਣੇ ਖੁਦ ਦੇ ਦਿਲ ਦੇ ਅੰਦਰ ਤੱਕਣਾ ਕਿ ਆਪ ਪ੍ਰਭਾਵਸ਼ਾਲੀ ਹੋ ਜਾਂ ਨਹੀਂ। ਇਹ ਸਭ ਆਪ ਦੀ ਮਦਦ ਕਰਨੀਆਂ। ਜਦੋਂ ਆਪ ਇਸ ਵਿਧੀ ਦੇ ਵਿੱਚੋਂ ਗੁਜ਼ਰਦੇ ਹੋ ਤਦ ਆਪ ਉਸ ਦੇ ਨਜ਼ਦੀਕ ਟੁਕਣਾ ਆਰੰਭ ਕਰ ਦਵੋਗੇ ਜੋ ਆਪ ਵਿਸ਼ਵਾਸ ਕਰਦੇ ਹੋ। ਪਰਮੇਸ਼ਰ ਨੇ ਆਪ ਨੂੰ ਵਰਦਾਨ ਦਿੱਤਾ ਹੈ ਕਿ ਆਪ ਹਮੇਸ਼ਾ ਹੀ ਆਪ ਵਿੱਚੋਂ ਕਿੰਨੇ ਇਹ ਸੋਚਦੇ ਹਨ। ਇਹ ਅਗਵਾਈ ਤਾਂ ਉਸ ਦਿਸ਼ਾ ਵਿੱਚ ਹੈ ਜਿੱਥੇ ਆਪ ਸੋਚਦੇ ਹੋ ਕੀ ਹੋ ਸਕਦਾ ਹੈ। ਮੈਂ ਜਾਣਦਾ ਹਾਂ ਕਿ ਕੋਈ ਹੈ ਜੋ ਇਸ ਤਰ੍ਹਾਂ ਆਪਣੇ ਸਿਰ ਨੂੰ ਹਿਲਾਉਂਦਾ ਹੈ। ਮੈਂ ਸੋਚਦਾ ਹਾਂ ਕੀ ਹੋ ਸਕਦਾ ਹੈ। ਇਹ ਚੀਜ਼ ਮੇਰੀ ਮਦਦ ਇਹ ਜਾਣਨ ਵਿੱਚ ਕਰ ਰਹੀ ਹਨ ਕਿ ਮੈਨੂੰ ਕਿੱਥੇ ਜਾਣਾ ਚਾਹੀਦਾ ਹੈ, ਮੈਨੂੰ ਕੀ ਕਰਨਾ ਚਾਹੀਦਾ ਹੈ। ਆਪ ਉਸ ਸਭ ਤੋਂ ਉੱਤਮ ਚੀਜ਼ਾਂ ਵਿੱਚ ਇੱਕ ਨੂੰ ਜਾਣਦੇ ਹੋ ਜੋ ਉਦੋਂ ਵਰਤਦੀ ਹੈ ਜਦੋਂ ਆਪ ਜਾਣਦੇ ਹੋ ਕਿ ਆਪ ਦਾ ਆਤਮਿਕ ਵਰਦਾਨ ਕੀ ਹੈ। ਆਪ ਔ ਕਰ ਰਹੇ ਹੋ ਕਿ ਇਹ ਨਹੀਂ ਹੈ। ਇਹ ਆਪ ਦੇ ਵੱਡੇ ਭਾਰ ਨੂੰ ਆਪ ਉੱਪਰੋਂ ਲਾ ਸੁੱਟਦਾ ਹੈ। ਹੋ ਸਕਦਾ ਹੈ ਆਪ ਦੇ ਮਾਪੇ ਇਹੋ ਜਿਹੇ ਹੋਣ ਜੋ ਸੋਚਣ ਕਿ ਤੁਹਾਨੂੰ ਇੱਕ ਪ੍ਰਚਾਰਕ ਹੋਣਾ ਚਾਹੀਦਾ ਹੈ, ਫਿਰ ਆਪ ਨੂੰ ਇੱਕ ਉਸਤਾਦ ਹੋਣਾ ਚਾਹੀਦਾ ਹੈ, ਅਤੇ ਫਿਰ ਅਚਾਨਕ ਹੀ ਆਪ ਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਨੇ ਆਪ ਨੂੰ ਇਸ ਵਿੱਚ ਵਰਦਾਨ ਨਹੀਂ ਦਿੱਤਾ ਹੈ। ਆਪ ਤਾਂ ਬਸ ਵਾਪਸ ਜਾ ਕੇ ਆਖ ਸਕਦੇ ਹੋ ਤੁਹਾਨੂੰ ਕੀ ਪਤਾ ਹੈ, ਮੈਂ ਜਾਣਦਾ ਹਾਂ ਕਿ ਪਰਮੇਸ਼ਰ ਨੇ ਮੈਨੂੰ ਕੀ ਕਰਨ ਦਾ ਵਰਦਾਨ ਦਿੱਤਾ ਹੋਇਆ ਹੈ। ਪਰ ਇਹ ਨਹੀਂ, ਉਹ ਇਹ ਹੈ। ਇਸ ਪ੍ਰੋਗਰਾਮ ਨੂੰ ਸਮਾਪਤ ਕਰਨ ਤੋਂ ਪਹਿਲਾਂ ਇੱਕ ਆਖਰੀ ਗੱਲ ਮੈਂ ਆਪ ਨੂੰ ਆਖਣੀ ਚਾਹੁੰਦਾ ਹਾਂ ਜੋ ਸਾਨੂੰ ਇਸ ਸਾਰੀ ਵਿਧੀ ਵਿੱਚ ਯਾਦ ਰੱਖਣੀ ਚਾਹੀਦੀ ਹੈ, ਅਤੇ ਉਹ ਇਹ ਹੈ ਕਿ ਇਹ ਬਸ ਕੋਈ ਦਿਮਾਗੀ ਤਜਰਬਾ ਨਹੀਂ ਹੈ। ਇਹ ਕੋਈ ਬਸ ਫੰਦਾ ਜਾਂ ਵਿਦਿਆਕ ਸ਼ਾਮਲ ਹੋਣ ਨਹੀਂ ਹੈ। ਇਹ ਤਾਂ ਦਿਲ ਨਾਲ ਜੁੜਿਆ ਮਸਲਾ ਹੈ। ਇਹ ਆਤਮਾ ਦਾ ਮਸਲਾ ਹੈ। ਕੀ ਆਪ ਜਾਣਦੇ ਹੋ ਕਿ ਮੈਂ ਕੀ ਵਿਸ਼ਵਾਸ ਕਰਦਾ? ਦੋਸਤੋ, ਮੈਂ ਇਹ ਵਿਸ਼ਵਾਸ ਕਰਦਾ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇੱਕ ਵਿਸ਼ਵਾਸੀ ਲਈ ਜੋ ਸੱਚਮੁੱਚ ਇਹ ਜਾਣਨ ਦੀ ਖੁਆਇਸ਼ ਰੱਖਦਾ ਹੈ ਕਿ ਪਰਮੇਸ਼ਰ ਉਸ ਨੂੰ ਕਿਸ ਤਰ੍ਹਾਂ ਪ੍ਰਭਾਵਸ਼ਾਲੀ ਤੌਰ ਤੇ ਇਸਤੇਮਾਲ ਕਰ ਸਕਦਾ ਹੈ, ਉਸ ਲਈ ਇਹ ਨਾ ਜਾਣਨਾ ਪੂਰੀ ਤਰ੍ਹਾਂ ਅਸੰਭਵ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਅਸੀਂ ਭਾਵੇਂ ਕੋਈ ਵੀ ਕਿਉਂ ਨਾ ਹੋਈਏ, ਪਰਮੇਸ਼ਰ ਸਾਨੂੰ ਦੇਖਦਾ ਹੈ ਔਰ ਸਾਨੂੰ ਦਿਖਾ ਰਿਹਾ ਹੈ, ਸੱਚਮੁੱਚ ਜਾਣਨ ਦੀ ਖੁਆਇਸ਼ ਰੱਖਦਾ ਹੈ ਸਾਡੇ ਜੀਵਨ ਦੇ ਉੱਤੇ। ਪਰ ਪਰਮੇਸ਼ਰ ਦੇ ਨਾਲ ਖੇਡਾਂ ਨਾ ਖੇਡੋ। ਇਸ ਤਰ੍ਹਾਂ ਨਾ ਆਖੋ ਜੀ ਹਾਂ ਮੈਂ ਇਹ ਕਰਤਾ ਰਿਹਾ ਹਾਂ ਪਰ ਮੈਂ ਸੱਚਮੁੱਚ ਇਸ ਵਿੱਚ ਦਿਲਚਸਪੀ ਨਹੀਂ ਰੱਖ ਰਿਹਾ। ਪਰਮੇਸ਼ਰ ਉਹ ਆਪ ਨੂੰ ਕਿਧਰੇ ਨਹੀਂ ਲਿਜਾਵੇਗਾ। ਆਪ ਗੌਰ ਕਰੋ, ਉਹ ਤਾਂ ਸਭ ਸਾਡੇ ਦਿਲ ਦੇ ਬਾਰੇ ਹੀ ਹੈ। ਇਹ ਸਾਡੇ ਵਤੀਰੇ ਦੇ ਬਾਰੇ ਹੈ। ਇਹ ਤਾਂ ਇਸ ਬਾਰੇ ਹੈ ਕਿ ਸਾਡੇ ਕੋਈ ਆਤਮਾ ਹੈ ਕਿ ਨਹੀਂ, ਕਿ ਪਰਮੇਸ਼ਰ ਸਾਨੂੰ ਕਿਸੇ ਸੇਵਾ ਵਿੱਚ ਇਸਤੇਮਾਲ ਕਰ ਸਕਦੇ। ਮੈਂ ਇੱਕ ਮਿਸ਼ਨਰੀ ਉਮੀਦਵਾਰ ਦੇ ਬਾਰੇ ਇੱਕ ਕਹਾਣੀ ਪੜ੍ਹੀ ਸੀ ਜੋ
ਇਹ ਉਸ ਨੂੰ ਦਰਸਾਉਂਦੀ ਹੈ ਜਿਸ ਬਾਰੇ ਮੈਂ ਗੱਲ ਕਰ ਰਿਹਾ ਹਾਂ। ਇੱਕ ਬਰਫੀਲੀ ਸਵੇਰ ਨੂੰ 5 ਵਜੇ ਇੱਕ ਮਿਸ਼ਨਰੀ ਉਮੀਦਵਾਰ ਨੇ ਇੱਕ ਮਿਸ਼ਨਰੀ ਔਕ ਪਬ ਵਿਖੇ ਘੰਟੀ ਵਜਾਈ। ਉਹਨੇ ਉਸ ਦਫ਼ਤਰ ਵਿੱਚ ਬਿਠਾਇਆ ਗਿਆ ਸੀ। ਉਹ 3 ਘੰਟੇ ਉੱਥੇ ਬੈਠਾ ਰਿਹਾ। ਉਸ ਦੀ ਨਿਯੁਕਤੀ ਨਹੀਂ ਵਿਖਾਈ ਦਿੱਤੀ। ਆਖਰਕਾਰ 3 ਘੰਟਿਆਂ ਬਾਅਦ ਉਹ ਵਿਅਕਤੀ ਜਿਸ ਨੂੰ ਉਸਨੇ ਮਿਲਣਾ ਸੀ, ਜੋ ਉਸ ਦਾ ਨਿਰੀਖਣ ਕਰਨ ਜਾ ਰਿਹਾ ਸੀ, ਉਸ ਦੀ ਇੰਟਰਵਿਊ ਲੈਣ ਲਈ ਆਇਆ। 8 ਵਜੇ ਸਵੇਰੇ ਇੱਕ ਸੇਵਾ ਮੁਕਤ ਮਿਸ਼ਨਰੀ ਆਇਆ ਤੇ ਉਸ ਨੂੰ ਸਵਾਲ ਪੁੱਛਣਾ ਆਰੰਭ ਕੀਤਾ। ਉਸਨੇ ਮਿਸ਼ਨਰੀ ਉਮੀਦਵਾਰ ਨੂੰ ਆਖਿਆ ਕਿ ਆਪ ਸ਼ਬਦ ਜੋੜ ਲਿਖ ਸਕਦੇ ਹੋ। ਹੱਕਾ ਬੱਕਾ ਹੁੰਦਿਆਂ ਉਮੀਦਵਾਰ ਨੇ ਉੱਤਰ ਦਿੱਤਾ, ਸ਼੍ਰੀਮਾਨ ਜੀ। ਉਸਨੇ ਆਖਿਆ, ਠੀਕ ਹੈ, ਬੇਕਾਰ ਦੇ ਸ਼ਬਦ ਜੋੜ ਲਿਖ ਲਓ। ਉਸਨੇ ਆਖਿਆ BAKAR। ਉਸਨੇ ਉਹਨਾਂ ਨੂੰ ਆਖਿਆ, ਬਹੁਤ ਅੱਛਾ ਹੈ, ਹੁਣ ਤੂੰ ਇਹਨਾਂ ਬਾਰੇ ਕੁਝ ਜਾਣਦਾ ਹੈ। ਪ੍ਰੀਖਿਆ ਲੈਣ ਵਾਲੇ ਨੇ ਜਾਰੀ ਰੱਖਿਆ, ਹਾਂਜੀ ਸ਼੍ਰੀਮਾਨ ਜੀ, ਥੋੜਾ ਬਹੁਤ। ਉਸਨੇ ਆਖਿਆ, ਠੀਕ ਹੈ, ਕਿਰਪਾ ਕਰਕੇ 2+2 ਦਾ ਜੋੜ ਲਗਾਓ। ਉਸਨੇ ਆਖਿਆ 2+2 4 ਹੁੰਦੇ ਹਨ। ਉਸ ਪ੍ਰੀਖਿਆ ਲੈਣ ਵਾਲੇ ਨੇ ਆਖਿਆ, ਇਹ ਬਹੁਤ ਅੱਛਾ ਹੈ, ਮੈਂ ਵਿਸ਼ਵਾਸ ਕਰਦਾ ਕਿ ਤੂੰ ਪ੍ਰੀਖਿਆ ਪਾਸ ਕਰ ਚੁੱਕਾ ਹੈ। ਮੈਂ ਕੱਲ ਬੋਰਡ ਨੂੰ ਦੱਸਾਂਗਾ। ਜੀ ਹਾਂ। ਉਹ ਵਿਅਕਤੀ ਆਪਣਾ ਸਿਰ ਹਿਲਾ ਰਿਹਾ ਸੀ। ਉਹ ਇਸ ਕੰਮ ਲਈ ਸਵੇਰੇ 5 ਵਜੇ ਉੱਠਿਆ। ਉਸਨੇ ਨਹੀਂ ਸੀ ਜਾਣਿਆ ਕਿ ਇਹ ਸਭ ਕੀ ਹੋ ਰਿਹਾ ਹੈ। ਅਗਲੇ ਦਿਨ ਬੋਰਡ ਮੀਟਿੰਗ ਦੇ ਦੌਰਾਨ ਉਸ ਪ੍ਰੀਖਿਆ ਲੈਣ ਵਾਲੇ ਨੇ ਉਸ ਇੰਟਰਵਿਊ ਦੀ ਰਿਪੋਰਟ ਦਿੱਤੀ। ਉਸ ਨੇ ਇਸ ਤਰ੍ਹਾਂ ਆਖਿਆ ਸੀ, ਉਸ ਕੋਲ ਇੱਕ ਅੱਛਾ ਮਿਸ਼ਨਰੀ ਦੀਆਂ ਸਾਰੀਆਂ ਯੋਗਤਾਵਾਂ ਹਨ। ਸਭ ਤੋਂ ਪਹਿਲਾਂ ਮੈਂ ਸਵੈ ਇਨਕਾਰ ਦੀ ਪਰਖ ਉਸ ਉੱਤੇ ਕੀਤੀ। ਮੈਂ ਉਸ ਨੂੰ ਸਵੇਰੇ 5 ਵਜੇ ਆਪਣੇ ਘਰ ਲਿਆਂਦਾ। ਉਸ ਨੇ ਬਿਨਾਂ ਕੋਈ ਸ਼ਿਕਾਇਤ ਕੀਤਿਆਂ ਬਰਫੀਲੀ ਸਵੇਰੇ ਸੁਣਕਤੇ ਨਿੱਘੇ ਬਿਸਤਰ ਛੱਡਿਆ। ਦੂਸਰੀ ਪ੍ਰੀਖਿਆ ਮੈਂ ਤਿਆਰ ਬਰ ਤਿਆਰ ਰਹਿਣ ਲਈ ਕੀਤੀ। ਉਹ ਠੀਕ 5 ਵਜੇ ਸਵੇਰੇ ਪਹੁੰਚਿਆ ਸੀ। ਤੀਸਰੀ ਪਰਖ ਮੈਂ ਧੀਰਜ ਨਾਲ ਸੰਬੰਧਿਤ ਕੀਤੀ ਸੀ। ਮੈਂ 3 ਘੰਟੇ ਉਸ ਤੋਂ ਮੈਨੂੰ ਮਿਲਣ ਲਈ ਉਡੀਕ ਕਰਵਾਈ। ਚੌਥੀ ਪ੍ਰੀਖਿਆ ਮੈਂ ਗੁੱਸੇ ਬਾਰੇ ਕੀਤੀ। ਉਹ ਕੋਈ ਵੀ ਨਾਰਾਜ਼ਗੀ ਜਾਂ ਗੁੱਸੇ ਇਸ ਮਾਮਲੇ ਵਿੱਚ ਦਿਖਾਉਣ ਲਈ ਅਸਫਲ ਰਿਹਾ ਸੀ। ਪੰਜਵੀਂ ਪ੍ਰੀਖਿਆ ਮੈਂ ਉਸ ਕੋਲੋਂ 7 ਸਾਲ ਦੇ ਬੱਚੇ ਦੁਆਰਾ ਉੱਤਰ ਦਿੱਤੇ ਜਾਣ ਵਾਲੇ ਸਵਾਲ ਪੁੱਛੇ ਕਿ ਦੇਨਤਾ ਬਾਰੇ ਕੀਤੀ ਅਤੇ ਉਸ ਨੇ ਕੋਈ ਜਿੱਦੂ ਜ਼ਹਿਰ ਨਹੀਂ ਕੀਤੀ। ਇਸ ਤਰ੍ਹਾਂ ਆਪ ਵੇਖਦੇ ਹੋ, ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਉਮੀਦਵਾਰ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ ਜਿਸ ਦੀ ਸਾਨੂੰ ਲੋੜ ਹੈ। ਉਹ ਇੱਕ ਅੱਛਾ ਮਿਸ਼ਨਰੀ ਬਣੇਗਾ। ਆਤਮਾ ਦੁਆਰਾ ਦਿੱਤੀਆਂ ਜਾਣ ਵਾਲੀਆਂ ਯੋਗਤਾਵਾਂ ਅਤੇ ਵਰਦਾਨ ਜ਼ਰੂਰੀ ਹਨ, ਪਰ ਆਤਮਾ ਦੁਆਰਾ ਨਿਰਧਾਰਿਤ ਜ਼ਿੰਦਗੀਆਂ ਇਸ ਤੋਂ ਵੱਧ ਮਹੱਤਵਪੂਰਨ ਹਨ ਅਤੇ ਸਰਬ ਸ਼ਕਤੀਮਾਨ ਪਰਮੇਸ਼ਰ ਸਾਨੂੰ ਅਗਵਾਈ ਵਰਦਾਨਾਂ ਦੇ ਪਾਉਣ ਦੀ ਦਿਸ਼ਾ ਵੱਲੋਂ ਉਹਨਾਂ ਚਿਰ ਨਹੀਂ ਕਰਦਾ ਜਦੋਂ ਤੱਕ ਪਰਮੇਸ਼ਰ ਦੇ ਸਨਮੁਖ ਸਮਰਪਣ ਅਤੇ ਦੀਨਤਾ ਦਾ ਆਤਮਾ ਸਾਡੇ ਕੋਲ ਨਾ ਹੋਵੇ। ਅੱਜ ਅਸੀਂ ਬਾਈਬਲ ਵਿੱਚ ਇਹ ਗੌਰ ਕਰਾਂਗੇ ਕਿ ਇਹ ਧਰਮ ਸ਼ਾਸਤਰ ਸਾਨੂੰ ਕਲੀਸਿਆ ਮੈਂਬਰਸ਼ਿਪ ਬਾਰੇ ਕੀ ਆਖਦਾ ਹੈ। ਅੱਜ ਦੇ ਇਸ ਪ੍ਰੋਗਰਾਮ ਦੀ ਰੂਪਰੇਖਾ ਇਸ ਪ੍ਰਕਾਰ ਹੈ। ਨੰਬਰ 1, ਕਲੀਸਿਆ ਦਾ ਪ੍ਰੋਗਰਾਮ। ਰਸੂਲਾਂ ਦੇ ਕਿਤਾਬ 2 ਅਧਿਆਏ 40 ਵਚਨ, 42 ਵਚਨ ਔਰ 46 ਵਚਨ। ਊੜਾ ਭਾਗ ਪ੍ਰਚਾਰ, ਐੜਾ ਭਾਗ ਇਕਰਾਰ, ਈੜੀ ਭਾਗ ਸ਼ਾਮਲ ਹੋਣਾ। ਨੰਬਰ 1, ਕਲੀਸਿਆ ਦੀ ਮੈਂਬਰਸ਼ਿਪ ਦੇ ਰਾਹੀਂ। ਨੰਬਰ 2, ਕਲੀਸਿਆ ਦੀ ਯਾਦਗਾਰੀ ਪਰਬ ਦੇ ਰਾਹੀਂ। ਨੰਬਰ 3, ਕਲੀਸਿਆ ਸਵਾਵਾਂ ਰਾਹੀਂ। ਊੜਾ ਭਾਗ ਸਰਵਜਨਕ ਤੌਰ ਤੇ ਮੰਦਰ ਵਿੱਚ, ਐੜਾ ਭਾਗ ਨਿੱਜੀ ਤੌਰ ਤੇ ਉਹਨਾਂ ਦੇ ਘਰਾਂ ਵਿੱਚ। ਸੱਸਾ ਭਾਗ ਪ੍ਰਾਰਥਨਾਵਾਂ, ਹਾਹਾ ਭਾਗ ਉਸਤਤ। ਨੰਬਰ 2, ਕਲੀਸਿਆ ਦਾ ਅਭਿਆਸ। ਰਸੂਲਾਂ ਦੇ ਕਿਤਾਬ 2 ਅਧਿਆਏ 42 ਵਚਨ ਤੋਂ ਲੈ ਕੇ 46 ਵਚਨ ਤੱਕ। ਊੜਾ ਭਾਗ ਉਹਨਾਂ ਨੇ ਆਪਣੇ ਦਿਲ ਇੱਕ ਦੂਸਰੇ ਵੱਲ ਖੋਲੇ। ਐੜਾ ਭਾਗ ਉਹਨਾਂ ਨੇ ਆਪਣੇ ਹੱਥ ਇੱਕ ਦੂਸਰੇ ਵੱਲ ਖੋਲੇ। ਈੜੀ ਭਾਗ ਉਹਨਾਂ ਨੇ ਆਪਣੇ ਘਰ ਇੱਕ ਦੂਸਰੇ ਲਈ ਖੋਲੇ। ਮੈਂ ਚਾਹੁੰਦਾ ਹਾਂ ਕਿ ਆਪ ਆਪਣੀਆਂ ਬਾਈਬਲਾਂ ਦੇ ਵਿੱਚ ਰਸੂਲਾਂ ਦੇ ਕਿਤਾਬ ਦੀ ਪੁਸਤਕ ਦੇ 2 ਅਧਿਆਏ ਨੂੰ ਖੋਲੋ। ਰਸੂਲਾਂ ਦੇ ਕਿਤਾਬ 2 ਅਧਿਆਏ, ਇਸ ਅਧਿਆਏ ਦੀ 40 ਐਤ ਤੋਂ ਆਰੰਭ ਕਰਕੇ ਅਸੀਂ 8 ਐਤਾਂ ਵਿੱਚ ਗੌਰ ਕਰਨ ਜਾ ਰਹੇ ਹਾਂ। ਅੱਜ ਦੇ ਸੰਦੇਸ਼ ਵਿੱਚ ਅਸੀਂ ਉਸ ਮਹੱਤਵ ਬਾਰੇ ਹੋਰ ਜ਼ਿਆਦਾ ਸਿੱਖਣ ਜਾ ਰਹੇ ਹਾਂ ਜਿਸ ਦੇ ਬਾਰੇ ਅਸੀਂ ਰਚੇ ਗਏ ਹਾਂ ਅਤੇ ਇਸ ਦੀ ਪੂਰਤੀ ਵਿੱਚ ਅਸੀਂ ਕਿਵੇਂ ਸ਼ਾਮਲ ਹੋ ਸਕਦੇ ਹਾਂ। ਜੋ ਭਾਗ ਅਸੀਂ ਰਸੂਲਾਂ ਦੇ ਕਿਤਾਬ ਵਿੱਚ ਖੋਲਿਆ ਹੈ, ਇਸ ਵਿੱਚ ਉਹ ਸਭ ਪਾਇਆ ਜਾਂਦਾ ਹੈ ਜੋ ਇੱਕ ਸਥਾਨਕ ਕਲੀਸਿਆ ਦੀ ਉੱਨਤੀ ਅਤੇ ਸੰਭਾਲ ਲਈ ਮਹੱਤਵਪੂਰਨ ਹੈ, ਕਿਉਂਕਿ ਇਹ ਪਹਿਲੀ ਵਾਰ ਹੈ ਕਿ ਇੱਥੇ ਨਵੇਂ ਨੇਮ ਵਿੱਚ ਕਲੀਸਿਆ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਕਰਕੇ ਸਾਨੂੰ ਕਲੀਸਿਆ ਦੀਆਂ ਉਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਬਾਰੇ ਗੌਰ ਕਰਨ ਬਾਰੇ ਸੁਚੇਤ ਰਹਿਣਾ ਚਾਹੀਦਾ ਹੈ ਜੋ ਇਹਨਾਂ ਐਤਾਂ ਵਿੱਚ ਪਾਈਆਂ ਜਾਂਦੀਆਂ ਹਨ। ਇਹ ਥੋੜ੍ਹੇ ਜਿਹੇ ਸ਼ਬਦ ਜਿਨ੍ਹਾਂ ਬਾਰੇ ਅਸੀਂ ਅੱਜ ਗੌਰ ਕਰਨ ਜਾ ਰਹੇ ਹਾਂ, ਉਹ ਨਵੇਂ ਨੇਮ ਦੀ ਕਲੀਸਿਆ ਦਾ ਜ਼ਿਕਰ ਉਸ ਲਿਹਾਜ਼ ਨਾਲ ਕਰਦੇ ਹਨ ਜਿਸ ਤਰ੍ਹਾਂ ਦਾ ਇਕਦਾ ਇਸ ਦੇ ਹੋਣ ਵਜੋਂ ਕੀਤਾ ਗਿਆ ਸੀ। ਠੀਕ ਆਰੰਭ ਤੋਂ ਹੀ ਕਲੀਸਿਆ ਦਾ ਇਕਦਾ ਇੱਕ ਸਮਾਜ ਨੂੰ ਤਬਦੀਲ ਕਰਨ ਵਾਲੇ ਮੁਖਤਿਆਰ ਵਜੋਂ ਕੀਤਾ ਗਿਆ ਸੀ। ਕਲੀਸਿਆ ਦਾ ਜੀਵਨ ਹੀ ਆਪਣੇ ਆਪ ਵਿੱਚ ਉਹਨਾਂ ਸਭਨਾਂ ਲਈ ਇੱਕ ਗਵਾਹੀ ਸੀ
ਜਿਨ੍ਹਾਂ ਨੇ ਇਸ ਨੂੰ ਤੱਕਿਆ ਸੀ, ਅਤੇ ਇੱਥੇ ਇਹਨਾਂ ਐਤਾਂ ਵਿੱਚ ਅਸੀਂ ਉਸ ਸਮਾਜ ਦੇ ਕੰਮਾਂ ਬਾਰੇ ਖੋਜ ਕਰਨ ਜਾ ਰਹੇ ਹਾਂ। ਨੰਬਰ 1, ਕਲੀਸਿਆ ਦਾ ਪ੍ਰੋਗਰਾਮ। ਰਸੂਲਾਂ ਦੇ ਕਿਤਾਬ 2 ਅਧਿਆਏ 40 ਵਚਨ, 42 ਵਚਨ, 46 ਵਚਨ। ਹੁਣ ਮੈਂ ਸਭ ਤੋਂ ਪਹਿਲਾਂ ਕਲੀਸਿਆ ਦੇ ਪ੍ਰੋਗਰਾਮ ਦੇ ਸੰਖੇਪ ਸਰਵੇਖਣ ਨਾਲ ਆਰੰਭ ਕਰਨਾ ਚਾਹੁੰਦਾ ਹਾਂ, ਅਤੇ ਇਸ ਤੋਂ ਸਾਡਾ ਭਾਵ ਇਹ ਹੈ ਕਿ ਫਰਜ਼ ਕਰੋ ਆਪ ਨੂੰ ਇਸ ਦੇਸ਼ ਦੇ ਕਿਸੇ ਹੋਰ ਭਾਗ ਵਿੱਚ ਇੱਕ ਹੋਰ ਕੰਮ ਧੰਦਾ ਕਰਨ ਲਈ ਕਿਹਾ ਗਿਆ ਹੈ, ਅਤੇ ਉਸ ਥਾਂ ਉੱਤੇ ਜਾ ਕੇ ਆਪ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਮੈਨੂੰ ਕਿਸ ਕਲੀਸਿਆ ਵਿੱਚ ਜਾਣਾ ਚਾਹੀਦਾ ਹੈ। ਇੱਕ ਕਲੀਸਿਆ ਵਿੱਚ ਆਪ ਨੂੰ ਕਿਸ ਚੀਜ਼ ਦੀ ਭਾਲ ਕਰਨੀ ਚਾਹੀਦੀ ਹੈ। ਇੱਕ ਸਥਾਨਕ ਕਲੀਸਿਆ ਦਾ ਪ੍ਰੋਗਰਾਮ ਕੀ ਹੋਣਾ ਚਾਹੀਦਾ ਹੈ? ਇਹ ਪ੍ਰਚਾਰ ਕਰਨਾ। ਜੀ ਹਾਂ, ਆਪ ਨੂੰ ਇਸ ਬਾਰੇ ਕੋਈ ਸ਼ੱਕ ਨਹੀਂ ਕਰਨਾ ਪੈਣਾ। ਅਜਿਹਾ ਕੋਈ ਸਫੇਦ ਕਾਗਜ਼ ਨਹੀਂ ਜਿਸ ਉੱਤੇ ਆਪ ਨੂੰ ਇਹ ਪੜ੍ਹਨਾ ਪੈਣਾ ਹੈ। ਇਹ ਤਾਂ ਠੀਕ ਇੱਥੇ ਬਾਈਬਲ ਦੀਆਂ ਲਿਖਤਾਂ ਵਿੱਚ ਹੈ। ਠੀਕ ਆਰੰਭ। ਕਲੀਸਿਆ ਦੇ ਖਾਕੇ ਦੀ ਠੀਕ ਆਰੰਭ ਤੋਂ ਅਤੇ ਕਲੀਸਿਆ ਦੇ ਪ੍ਰੋਗਰਾਮ ਬਹੁਤ ਸਰਲ ਹੈ, ਅਤੇ ਬਾਈਬਲ ਦੀਆਂ ਲਿਖਤਾਂ ਵਿੱਚੋਂ ਇਸ ਨੂੰ ਜਾਣਨਾ ਬਹੁਤ ਆਸਾਨ ਹੈ, ਅਤੇ ਇਸ ਦਾ ਆਰੰਭ ਸਭ ਤੋਂ ਪਹਿਲਾਂ ਪ੍ਰਚਾਰ ਨਾਲ ਹੁੰਦਾ ਹੈ। ਦੂਸਰੇ ਅਧਿਆਏ ਦੀ 40 ਐਤ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਅਤੇ ਹੋਰ ਵੀ ਬਹੁਤੀਆਂ ਗੱਲਾਂ ਨਾਲ ਉਹਨੇ ਸਾਖੀ ਦਿੱਤੀ ਅਤੇ ਉਪਦੇਸ਼ ਕੀਤਾ, ਭਾਈ ਆਪਣੇ ਆਪ ਨੂੰ ਇੱਕ ਕੱਬੀ ਪੀੜ੍ਹੀ ਤੋਂ ਬਚਾਈ ਰੱਖੋ। ਹੁਣ ਰਸੂਲਾਂ ਦੇ ਕਿਤਾਬ ਦੇ 2 ਅਧਿਆਏ ਵਿੱਚ ਕਲੀਸਿਆ ਵਿੱਚ ਪ੍ਰਚਾਰ ਕੀਤੇ ਪਹਿਲਾ ਸੰਦੇਸ਼ ਦੀ ਲਿਖਤ ਸਾਡੇ ਕੋਲ ਹੈ। ਪਤਰਸ ਦੇ ਪ੍ਰਚਾਰ ਦੇ ਨਤੀਜੇ ਵਜੋਂ ਅਤੇ ਪਵਿੱਤਰ ਆਤਮਾ ਦੇ ਉਹਨਾਂ ਉੱਤੇ ਆਉਣ ਦੇ ਦੁਆਰਾ ਇੱਕ ਦਿਨ ਵਿੱਚ 3000 ਲੋਕ ਯਿਸੂ ਮਸੀਹ ਦੇ ਚੇਲੇ ਬਣ ਗਏ ਸਨ। ਕਲੀਸਿਆ ਦੇ ਇਤਿਹਾਸ ਦੇ ਪਹਿਲੇ ਦਿਨ ਇੱਕ ਵੱਡੇ ਪ੍ਰਚਾਰ ਸੇਵਾ ਕੀਤੀ ਗਈ, ਅਤੇ ਆਰੰਭਕ ਕਲੀਸਿਆ ਉਸ ਸਮਾਜ ਵੱਲ ਆਪਣੀਆਂ ਬਾਹਾਂ ਫੈਲਾਈ ਪੈਦਾ ਹੋਈ ਸੀ। ਇਹ ਪ੍ਰਚਾਰ ਉਸੇ ਪ੍ਰਕਾਰ ਦਾ ਸੀ ਜੋ ਪਤਰਸ ਨੇ ਮਰੀਅਮ ਦੇ ਘਰ ਵਿੱਚ ਇਕੱਠੇ ਲੋਕਾਂ ਨੂੰ ਕੀਤਾ ਸੀ। ਯਿਸੂ ਮਸੀਹ ਅਤੇ ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਬਾਰੇ ਸੀ। ਇਹ ਕਿਸੇ ਵੀ ਕਲੀਸਿਆ ਲਈ ਉਸਾਰੀ ਕਰਨ ਵਾਲੀ ਇੱਟ ਦੀ ਤਰ੍ਹਾਂ ਬਹੁਤ ਹੀ ਮਹੱਤਵਪੂਰਨ ਹੈ। ਮੈਂ ਬਸ ਅੱਜ ਆਪ ਨੂੰ ਸਪਸ਼ਟ ਤੌਰ ਤੇ ਦੱਸ ਦੇਵਾਂ, ਜਿਸ ਤਰ੍ਹਾਂ ਆਪ ਅਤੇ ਮੈਂ ਅਸੀਂ ਦੋਵੇਂ ਹੀ ਜਾਣਦੇ ਹਾਂ, ਅੱਜ ਕੱਲ੍ਹ ਕਲੀਸਿਆ ਦੇ ਅੰਦਰ ਇੱਕ ਬਹੁਤ ਹੀ ਫੈਸ਼ਨ ਬਣ ਚੁੱਕਾ ਹੈ ਕਿ ਉੱਥੇ ਜੋ ਕੁਝ ਵੀ ਕੀਤਾ ਜਾਂਦਾ ਹੈ ਉਸ ਵਿੱਚੋਂ ਪ੍ਰਚਾਰ ਨੂੰ ਪਰੇ ਕਰਨਾ ਕੋਈ ਖੜਾ ਹੁੰਦਾ ਹੈ, ਅਤੇ ਫਿਰ ਥੋੜ੍ਹੀਆਂ ਜਿਹੀਆਂ ਗੱਲਾਂ ਕਰਦਾ ਹੈ, ਅਤੇ ਤਾਂ ਫਿਰ ਸਿਰਫ ਉਹਨਾਂ ਸਿਧਾਂਤਾਂ ਨੂੰ ਹੀ ਥੋੜ੍ਹਾ ਜਿਹਾ ਪੇਸ਼ ਕਰਨਾ ਹੁੰਦਾ ਹੈ, ਜੋ ਜਦੋਂ ਆਪ ਕਲੀਸਿਆ ਤੋਂ ਬਾਹਰ ਜਾਂਦੇ ਹੋ ਆਪ ਨੂੰ ਅੱਛਾ ਮਹਿਸੂਸ ਕਰਨ ਵਿੱਚ ਮਦਦ ਕਰੇਗਾ। ਇਹ ਤਾਂ ਬਸ ਗਰਮ ਜੋਸ਼ ਹੀ ਇੱਧਰ ਉੱਧਰ ਬਾਈਬਲ ਦੀਆਂ ਲਿਖਤਾਂ ਨਾਲ ਢੁੱਕਿਆ ਹੋਇਆ ਹੁੰਦਾ ਹੈ, ਪਰ ਪ੍ਰਚਾਰ ਦਾ ਇਸਤੇਮਾਲ ਤਾਂ ਕਈ ਕਲੀਸਿਆਂ ਤੋਂ ਬਾਹਰ ਹੀ ਹੋ ਰਿਹਾ ਹੈ। ਅਤੇ ਕੁਝ ਲੋਕ ਆਖਦੇ ਹਨ ਕਿ ਹੁਣ ਪ੍ਰਚਾਰ ਕਰਨਾ ਢੁਕਵਾਂ ਨਹੀਂ ਹੈ, ਅਤੇ ਸਾਨੂੰ ਕਲੀਸਿਆ ਲਈ ਇੱਕ ਭਿੰਨ ਪਹੁੰਚ ਦੀ ਜ਼ਰੂਰਤ ਹੈ। ਜੀ ਹਾਂ, ਆਪ ਨੂੰ ਦੱਸ ਦੇਵਾਂ, ਪਰਮੇਸ਼ਵਰ ਨੇ ਆਪਣਾ ਮਨ ਨਹੀਂ ਬਦਲ ਲਿਆ ਹੈ। ਪਰਮੇਸ਼ਵਰ ਨੇ ਆਪਣੀ ਯੋਜਨਾ ਸਾਨੂੰ ਦੱਸੀ ਸੀ, ਅਤੇ ਉਸ ਯੋਜਨਾ ਦੇ ਠੀਕ ਵਿਚਕਾਰ ਪਰਮੇਸ਼ਵਰ ਦੀ ਬਾਣੀ ਦਾ ਪ੍ਰਚਾਰ ਕਰਨਾ ਹੈ। ਕਿਸੇ ਵੀ ਸਮੁਦਾਇਕ ਤੱਕ ਆਪਣੀ ਪਹੁੰਚ ਬਣਾਉਣਾ ਠੀਕ ਇਸ ਦੇ ਅੰਦਰ ਪ੍ਰਚਾਰ ਕਰਨ ਤੋਂ ਬਗੈਰ ਅਸੰਭਵ ਹੈ। ਅਤੇ ਗੌਰ ਕਰੋ ਕਿ ਪਰਮੇਸ਼ਵਰ ਦੀ ਬਾਣੀ ਦੇ ਪ੍ਰਚਾਰ ਅਤੇ ਸਿੱਖਿਆ ਦਾ ਜ਼ਿਕਰ 2 ਵਾਰ ਕੀਤਾ ਗਿਆ ਹੈ। 42 ਐਤ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ, ਅਤੇ ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਵਿੱਚ ਲੱਗੇ ਰਹੇ। ਹੁਣ ਇਹ ਬੜੀ ਰੋਚਕ ਗੱਲ ਹੈ ਕਿ ਰਸੂਲਾਂ ਦੇ ਕਿਤਾਬ ਦੀ ਪੁਸਤਕ ਦਾ ਲੇਖਕ ਕਲੀਸਿਆ ਬਾਰੇ ਕਈ ਗੱਲਾਂ ਦਾ ਜ਼ਿਕਰ ਕਰ ਸਕਦਾ ਸੀ। ਅਸੀਂ ਬਾਅਦ ਵਿੱਚ ਇਹ ਪਾਉਂਦੇ ਹਾਂ ਕਿ ਕਲੀਸਿਆ ਇੱਕ ਮਹਾਨ ਆਨੰਦ ਦਾ ਸਥਾਨ ਸੀ। ਅਸੀਂ ਬਾਅਦ ਵਿੱਚ ਇਹ ਜਾਣਦੇ ਹਾਂ ਕਿ ਕਲੀਸਿਆ ਇੱਕ ਇਹੋ ਜਿਹਾ ਸਥਾਨ ਸੀ ਜੋ ਕਿ ਵੱਧਦਾ ਜਾ ਰਿਹਾ ਹੈ, ਕਿ ਇਹ ਤਾਂ ਇੱਕ ਕੰਬਣ ਵਾਲਾ ਸਥਾਨ ਸੀ। ਅਸੀਂ ਬਾਅਦ ਵਿੱਚ ਇਹ ਜਾਣਦੇ ਹਾਂ ਕਿ ਇਸ ਕਲੀਸਿਆ ਨਾਲ ਸੰਬੰਧਿਤ ਬਹੁਤ ਸਾਰੀਆਂ ਚੀਜ਼ਾਂ ਸਨ ਜੋ ਆਪ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ, ਪਰ ਇੱਕ ਚੀਜ਼ ਜੋ ਠੀਕ ਆਰੰਭ ਵਿੱਚ ਹੈ ਉਹ ਹੈ ਪ੍ਰਚਾਰ ਕਰਨ ਦਾ ਮਹੱਤਵ। ਇਹ ਵੇਖਣਾ ਵੀ ਬਹੁਤ ਹੀ ਮਹੱਤਵਪੂਰਨ ਹੈ ਕਿ ਉਹਨਾਂ ਨੇ ਰਸੂਲਾਂ ਦੀ ਸਿੱਖਿਆ ਨੂੰ ਸਿੱਖਿਆ ਸੀ। ਉਹਨਾਂ ਨੇ ਉਹਨਾਂ ਰਸੂਲਾਂ ਦੀ ਸਿੱਖਿਆ ਨੂੰ ਲਿਆ ਜੋ ਉਸ ਸਮੇਂ ਉਹਨਾਂ ਦੇ ਨਾਲ ਸਨ, ਅਤੇ ਉਹਨਾਂ ਨੇ ਉਸ ਸਿੱਖਿਆ ਨੂੰ ਲੈ ਕੇ ਉਸ ਦੇ ਨਾਲ ਮਿਲਾਇਆ ਜੋ ਕਲੀਸਿਆ ਦੇ ਅੰਦਰ ਦਿੱਤੀ ਜਾਂਦੀ ਸੀ। ਹੁਣ ਆਪ ਨੂੰ ਯਾਦ ਹੈ ਕਿ ਇਹ ਰਸੂਲ ਉਹ ਲੋਕ ਸਨ ਜਿਨ੍ਹਾਂ ਨੂੰ ਯਿਸੂ ਨੂੰ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਵੀ ਆਪਣੀ ਅੱਖੀਂ ਵੇਖਿਆ ਸੀ। ਉਹਨਾਂ ਵਿੱਚ ਬਹੁਤਿਆਂ ਨੇ ਯਿਸੂ ਦੀ ਮੌਤ ਤੋਂ ਪਹਿਲਾਂ ਉਸ ਦੇ ਨਾਲ ਚੱਲਿਆ ਸੀ, ਪਰ ਇੱਕ ਰਸੂਲ ਹੋਣ ਲਈ ਆਪ ਨੂੰ ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਮਸੀਹ ਨੂੰ ਵੇਖਣਾ ਹੋਣਾ ਪੈਣਾ ਸੀ। ਅਤੇ ਭਾਵੇਂ ਪੌਲੁਸ ਬਾਅਦ ਵਿੱਚ ਪੈਦਾ ਹੋਇਆ ਸੀ, ਉਸ ਨੇ ਖੁਦ ਇੱਕ ਰਸੂਲ ਹੋਣ ਦੀ ਯੋਗਤਾ ਪ੍ਰਾਪਤ ਕੀਤੀ ਸੀ, ਕਿਉਂਕਿ ਉਸ ਨੇ ਦਮਸ਼ਕ ਨੂੰ ਜਾਂਦਿਆਂ ਮੁਰਦਿਆਂ ਵਿੱਚੋਂ ਜੀ ਉੱਠੇ ਯਿਸੂ ਨੂੰ ਵੇਖਿਆ ਸੀ। ਪੌਲੁਸ ਆਪਣੇ ਆਪ ਦਾ ਜ਼ਿਕਰ ਇੱਕ ਅਧੂਰੇ ਜੰਮੇ ਵਾਂਗੂ
ਕਰਦਾ ਸੀ। ਇਸ ਤਰ੍ਹਾਂ ਜਦੋਂ ਉਹ ਕਲੀਸਿਆ ਦੇ ਅੰਦਰ ਇਕੱਠੇ ਹੁੰਦੇ ਸਨ, ਜੋ ਕੁਝ ਉਹ ਕਰਦੇ ਸਨ ਉਹ ਇਹ ਸੀ ਕਿ ਉਹ ਬਾਈਬਲ ਦਾ ਅਧਿਐਨ ਕਰਦੇ ਸਨ। ਉਹ ਪਰਮੇਸ਼ਰ ਦੇ ਵਚਨ ਨੂੰ ਸਿਖਾਉਂਦੇ ਸਨ। ਅਤੇ ਮੇਰੇ ਦੋਸਤੋ, ਜੇਕਰ ਆਪ ਕਿਸੇ ਥਾਂ ਕਿਸੇ ਕਲੀਸਿਆ ਦੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਜਿੱਥੇ ਆਪ ਜਾ ਸਕੋ, ਤਦ ਪਹਿਲੀ ਗੱਲ ਜੋ ਆਪ ਵੇਖ ਸਕਦੇ ਹੋ ਜਦੋਂ ਆਪ ਕਿਸੇ ਕਲੀਸਿਆ ਭਵਨ ਦੇ ਅੰਦਰ ਦਾਖਲ ਹੁੰਦੇ ਹੋ, ਤਦ ਕੀ ਆਪ ਇਹ ਜਾਣਨ ਦੇ ਲਈ ਤਿਆਰ ਹੋ? ਇਹ ਤਾਂ ਬਹੁਤ ਹੀ ਸਰਲ ਹੈ ਕਿ ਲੋਕ ਕਲੀਸਿਆ ਦੇ ਅੰਦਰ ਬਾਈਬਲ ਲੈ ਕੇ ਆਉਂਦੇ ਹਨ। ਆਪ ਨੂੰ ਪਤਾ ਹੈ, ਜੇਕਰ ਆਪ ਕਿਸੇ ਕਲੀਸਿਆ ਦੇ ਅੰਦਰ ਜਾਂਦੇ ਹੋ ਅਤੇ ਕੋਈ ਵੀ ਬਾਈਬਲ ਲੈ ਕੇ ਨਹੀਂ ਆਉਂਦਾ, ਤਦ ਸ਼ਾਇਦ ਇਹ ਇਸ ਕਰਕੇ ਹੁੰਦਾ ਹੈ ਕਿਉਂਕਿ ਕੋਈ ਵੀ ਇਸ ਦਾ ਇਸਤੇਮਾਲ ਕਦੇ ਵੀ ਨਹੀਂ ਕਰਦਾ। ਅਤੇ ਜੇਕਰ ਆਪ ਇਸ ਦਾ ਇਸਤੇਮਾਲ ਨਹੀਂ ਕਰਦੇ, ਤਦ ਇਸ ਦੇ ਠੀਕ ਵਿਚਕਾਰ ਕੁਝ ਨਾ ਕੁਝ ਜ਼ਰੂਰ ਗਲਤ ਹੈ। ਇਸ ਕੰਬਣ ਵਾਲੀ ਕਲੀਸਿਆ ਦੇ ਠੀਕ ਵਿਚਕਾਰ, ਜੋ ਆਪਣੇ ਆਲੇ ਦੁਆਲੇ ਦੇ ਲੋਕਾਂ ਤੱਕ ਪਹੁੰਚ ਬਣਾਉਣ ਦੀ ਯੋਗਤਾ ਰੱਖੀ ਹੋਵੇ, ਪਰਮੇਸ਼ਰ ਦੀ ਬਾਣੀ ਦੀ ਸਹੀ ਸਿੱਖਿਆ ਹੋਣੀ ਚਾਹੀਦੀ ਹੈ। ਪ੍ਰਚਾਰ ਕਰਨਾ ਬਿਨਾਂ ਪਰਮੇਸ਼ਰ ਦੀ ਬਾਣੀ ਨੂੰ ਆਪਣੇ ਕੇਂਦਰ ਬਣਾਇਆ, ਇੱਕ ਕਲੀਸਿਆ ਕਦੇ ਵੀ ਆਪਣੇ ਆਲੇ ਦੁਆਲੇ ਦੇ ਲੋਕ ਤੱਕ ਆਪਣੀ ਪਹੁੰਚ ਨਹੀਂ ਬਣਾ ਸਕਦੀ। ਕੀ ਆਪ ਇਸ ਲਈ ਤਿਆਰ ਹੋ? ਕਿ ਆਪ ਇਸ ਬਾਰੇ ਠੀਕ ਠਾਕ ਹੋ? ਅਤੇ ਇਸੇ ਕਰਕੇ ਮੈਂ ਇਸ ਉੱਤੇ ਇੰਨੀ ਜ਼ਿਆਦਾ ਮਿਹਨਤ ਕਰਦਾ ਹਾਂ। ਇਸੇ ਕਰਕੇ ਮੈਂ ਜੋ ਕੁਝ ਕਰਦਾ ਹਾਂ ਉਸ ਬਾਰੇ ਹਰੇਕ ਮੇਰੇ ਤੋਂ ਪੁੱਛਦੇ ਹਨ। ਮੈਂ ਸਿਰਫ ਉਹੀ ਕਰਦਾ ਹਾਂ ਜੋ ਮੈਂ ਕਰਨਾ ਜਾਣਦਾ ਹਾਂ। ਧੰਨਵਾਦ ਸਾਰੇ ਦਰਸ਼ਕੋ ਕਿ ਤੁਸੀਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਅਧਿਐਨ ਪ੍ਰੋਗਰਾਮ ਨੂੰ ਬੜੇ ਧਿਆਨ ਦੇ ਨਾਲ ਦੇਖ ਰਹੇ ਹੋ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਹਾਨੂੰ ਇਹਨਾਂ ਗੱਲਾਂ ਦਾ ਆਤਮਿਕ ਲਾਭ ਵੀ ਮਿਲ ਰਿਹਾ ਹੋਵੇਗਾ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਤਮਿਕ ਵਰਦਾਨਾਂ ਬਾਰੇ ਵੇਖਿਆ। ਉਸ ਤੋਂ ਬਾਅਦ ਅਸੀਂ ਇੱਕ ਨਵੇਂ ਵਿਸ਼ੇ ਨੂੰ ਸ਼ੁਰੂ ਕੀਤਾ। ਦੋਸਤੋ, ਕਿਸੇ ਵੀ ਮਸੀਹੀ ਵਿਅਕਤੀ ਦਾ ਇਕੱਲੇ ਰਹਿਣਾ ਠੀਕ ਨਹੀਂ ਹੈ। ਜਿਸ ਤਰ੍ਹਾਂ ਹਰ ਵਿਅਕਤੀ ਨੂੰ ਇੱਕ ਪਰਿਵਾਰ ਦੀ ਲੋੜ ਹੁੰਦੀ ਹੈ ਅਤੇ ਪਰਿਵਾਰ ਨੂੰ ਸਮਾਜ ਦੀ, ਇਸੇ ਤਰ੍ਹਾਂ ਇੱਕ ਵਿਅਕਤੀ ਜੋ ਕਿ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਨੂੰ ਕਿਸੇ ਨਾ ਕਿਸੇ ਚਰਚ ਜਾਂ ਕਲੀਸਿਆ ਨਾਲ ਜੁੜਨ ਦੀ ਲੋੜ ਹੁੰਦੀ ਹੈ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਇੱਕ ਨਵੇਂ ਵਿਸ਼ੇ ਨੂੰ ਛੂਹਿਆ ਸੀ ਅਤੇ ਉਹ ਵਿਸ਼ੇ ਦਾ ਨਾਮ ਹੈ ਕਲੀਸਿਆ ਦੀ ਮੈਂਬਰਸ਼ਿਪ। ਅਸੀਂ ਵੇਖ ਰਹੇ ਸੀ ਕਿ ਬਾਈਬਲ ਕਲੀਸਿਆਈ ਮੈਂਬਰਸ਼ਿਪ ਬਾਰੇ ਕੀ ਕਹਿੰਦੀ ਹੈ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ, ਕਿਉਂਕਿ ਪ੍ਰੋਗਰਾਮ ਦਾ ਸਮਾਂ ਹੁਣ ਸਮਾਪਤ ਹੋ ਗਿਆ। ਇਸ ਕਰਕੇ ਹੁਣ ਸਾਨੂੰ ਇਸ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਵਿਸ਼ੇ ਨੂੰ ਜਾਰੀ ਰੱਖਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਸੱਚੇ ਜਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਕਿ ਤੁਸੀਂ ਸਾਨੂੰ ਸਿਖਾਇਆ ਕਿ ਅਸੀਂ ਸਾਰੇ ਜਿੰਨੇ ਵੀ ਪ੍ਰਭੂ ਜੀ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਹਾਂ ਇੱਕ ਕਲੀਸਿਆ ਦੇ ਮੈਂਬਰ ਹੈ, ਔਰ ਕਲੀਸਿਆ ਪ੍ਰਭੂ ਜੀ ਤੁਹਾਡੀ ਦੇਹ ਨੂੰ ਦਰਸਾਉਂਦੀ ਹੈ। ਦੂਜੇ ਸ਼ਬਦਾਂ ਵਿੱਚ ਅਸੀਂ ਤੁਹਾਡੀ ਦੇਹ ਦੇ ਅੰਗ ਹਾਂ। ਇਸ ਕਰਕੇ ਪ੍ਰਭੂ ਜੀ ਤੁਸੀਂ ਸਾਨੂੰ ਇਹ ਸਿਖਾਇਆ ਕਿ ਅਸੀਂ ਆਪਸ ਵਿੱਚ ਸੰਗਤੀ ਕਰਨਾ ਨਾ ਛੱਡੀਏ ਔਰ ਆਪਸ ਵਿੱਚ ਸੰਗਤੀ ਕਰਕੇ ਇੱਕ ਦੂਜੇ ਨੂੰ ਲਾਭ ਪ੍ਰਦਾਨ ਕਰੀਏ। ਪਿਤਾ, ਇਸ ਅੱਛੇ ਵਚਨ ਦੇ ਵਾਸਤੇ ਤੁਹਾਡਾ ਧੰਨਵਾਦ ਕਰਦੇ ਹਾਂ। ਪਿਤਾ ਪਰਮੇਸ਼ਰ, ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਸਾਰੇ ਲੋਕਾਂ ਵਾਸਤੇ ਜਿਹੜੇ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਹਾਂ। ਪਿਤਾ, ਉਹਨਾਂ ਦੀ ਜ਼ਰੂਰਤਾਂ ਨੂੰ ਤੁਸੀਂ ਸਮਝ ਰਹੇ ਹੋ। ਪਿਤਾ, ਮੇਰੀ ਪ੍ਰਾਰਥਨਾ ਹੈ ਉਹਨਾਂ ਸਾਰੀਆਂ ਦੀ ਜ਼ਰੂਰਤਾਂ ਨੂੰ ਪੂਰਾ ਕਰੋ। ਜੇਕਰ ਜੋ ਲੋਕ ਪ੍ਰਭੂ ਜੀ ਅਜੇ ਤੱਕ ਕਿਸੇ ਕਲੀਸਿਆ ਦੇ ਨਾਲ ਨਹੀਂ ਜੁੜੇ ਆ, ਉਹਨਾਂ ਨੂੰ ਇੱਕ ਅੱਛੀ ਕਲੀਸਿਆ ਪ੍ਰਦਾਨ ਕਰੋ ਜਿੱਥੇ ਉਹਨਾਂ ਦੀ ਤਰੱਕੀ ਹੋ ਸਕੇ, ਜਿੱਥੇ ਉਹ ਪ੍ਰਭੂ ਜੀ ਆਤਮਿਕ ਰੀਤੀ ਨਾਲ ਹੋਰ ਜ਼ਿਆਦਾ ਵੱਧ ਸਕਣ। ਪ੍ਰਭੂ ਜੀ ਉਹਨਾਂ ਦੀ ਸਾਰੀ ਜ਼ਰੂਰਤਾਂ ਨੂੰ ਸਵਰਗ ਤੋਂ ਪੂਰਾ ਕਰੋ। ਸਾਡੀ ਇਸ ਪ੍ਰਾਰਥਨਾ ਨੂੰ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਮੰਗ ਲੈਂਦੇ ਹਾਂ। ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।